ਸਤਿ ਸ਼੍ਰੀ ਅਕਾਲ। ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ 6ਵੀਂ ਕਲਾਸ ਦੀ NCERT ਦੀ ਸਾਇੰਸ ਦਾ ਚੌਥਾ ਚੈਪਟਰ, ਜਿਸ ਦਾ ਨਾਮ ਹੈ ਸੌਰਟਿੰਗ ਮਟੀਰੀਅਲਸ ਇਨਟੂ ਗਰੁੱਪਸ, ਦੇ ਬਾਰੇ ਦੇ ਵਿੱਚ ਪੜ੍ਹਨ ਜਾ ਰਹੇ ਹਾਂ। ਇਸ ਚੈਪਟਰ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਮਟੀਰੀਅਲ ਕੀ ਹੁੰਦਾ ਹੈ ਅਤੇ ਕਿਹੜੇ ਤਰ੍ਹਾਂ ਦੇ ਮਟੀਰੀਅਲ ਅਰਥ ਦੇ ਉੱਤੇ ਪਾਏ ਜਾਂਦੇ ਹਨ ਅਤੇ ਉਹਨਾਂ ਨੂੰ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਕਿਵੇਂ ਵੰਡਿਆ ਜਾ ਸਕਦਾ ਹੈ। 4.1 ਜਿਹੜਾ ਟੌਪਿਕ ਹੈ, ਇਸ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਆਲੇ ਦੁਆਲੇ ਕਈ ਆਬਜੈਕਟ ਦੇਖਦੇ ਹਾਂ, ਜਿਵੇਂ ਕਿ ਕੰਧ, ਖਿੜਕੀਆਂ, ਮੇਜ਼, ਕੁਰਸੀ, ਪੈਨ, ਪੈਨਸਿਲ, ਸਾਈਕਲ, ਕੁਕਿੰਗ ਯੂਟੈਂਸਿਲਸ, ਬੁੱਕਸ, ਕਲੋਥਸ, ਟੋਇਜ਼, ਅਜਿਹਾ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਲੇ ਦੁਆਲੇ ਪਈਆਂ ਹੁੰਦੀਆਂ ਹਨ ਅਤੇ ਆਪਾਂ ਉਹਨਾਂ ਨੂੰ ਦੇਖਦੇ ਹਾਂ। ਇਹ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ, ਇਹਨਾਂ ਦਾ ਅਲੱਗ-ਅਲੱਗ ਪਰਪਸ ਹੁੰਦਾ ਹੈ, ਮਤਲਬ ਕਿ ਅਲੱਗ-ਅਲੱਗ ਕੰਮ ਦੇ ਲਈ ਹੁੰਦੀਆਂ ਹਨ। ਜਿਵੇਂ ਕਿ ਪੈਨ ਲਿਖਣ ਦੇ ਲਈ, ਕਾਗਜ਼ ਜਿਸ ਦੇ ਉੱਪਰ ਲਿਖਿਆ ਜਾਂਦਾ ਹੈ, ਖਿੜਕੀਆਂ ਤਾਂ ਕਿ ਹਵਾ ਨੂੰ ਅੰਦਰ ਕ੍ਰੋਸ ਹੋਵੇ ਰੂਮ ਦੇ ਵਿੱਚ। ਇਸੇ ਤਰ੍ਹਾਂ ਹਰੇਕ ਚੀਜ਼ਾਂ ਦਾ ਅਲੱਗ-ਅਲੱਗ ਪਰਪਸ, ਜਾਣੀ ਕਿ ਅਲੱਗ-ਅਲੱਗ ਕੰਮ ਦੇ ਲਈ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਹਨ। ਹੁਣ ਇਹਨਾਂ ਨੇ ਇੱਕ ਫੋਟੋ ਦਿਖਾਈ ਗਈ ਹੈ, ਜਿਸ ਦੇ ਵਿੱਚ ਕਈ ਚੀਜ਼ਾਂ ਰੱਖੀਆਂ ਗਈਆਂ ਹਨ, ਜਿਵੇਂ ਕਿ ਲੋਕ, ਡੋਲ ਅਤੇ ਗਲਾਸ, ਮੋਬਾਈਲ, ਅਜਿਹੀਆਂ ਕਈ ਚੀਜ਼ਾਂ ਰੱਖੀਆਂ ਹੋਈਆਂ ਹਨ। ਇਹ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਹਨ, ਇਹ ਜਿਹੜੀ ਧਾਤ ਦੀਆਂ ਬਣੀਆਂ ਹੁੰਦੀਆਂ ਹਨ, ਉਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਮੈਟੀਰੀਅਲ ਕਹਿੰਦੇ ਹਾਂ। ਪੰਜਾਬੀ ਦੇ ਵਿੱਚ ਇਸ ਨੂੰ ਧਾਤ ਕਿਹਾ ਜਾਂਦਾ ਹੈ। ਜਿਵੇਂ ਕਿ ਇਹਨਾਂ ਨੇ ਕਿਹਾ ਗਿਆ ਕਿ ਜਿਵੇਂ ਪਲਾਸਟਿਕ ਹੈ ਜਿਹੜੀ, ਉਸ ਤੋਂ ਬਕੇਟਸ, ਲੰਚ ਬਾਕਸਿਸ, ਟੋਇਜ਼, ਵਾਟਰ ਕੰਟੇਨਰਸ, ਪਾਈਪਸ ਐਂਡ ਮੈਨੀ ਸੱਚ ਆਬਜੈਕਟਸ, ਅਜਿਹੇ ਕਈ ਅਨੇਕਾਂ ਆਬਜੈਕਟ ਬਣਦੇ ਹਨ, ਪਲਾਸਟਿਕ ਤੋਂ ਬਣਾਏ ਜਾਂਦੇ ਹਨ। ਅਤੇ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿਹੜੇ ਸਾਰੇ ਦੇ ਸਾਰੇ ਆਬਜੈਕਟ ਹੁੰਦੇ ਹਨ, ਇਹ ਕਈ ਮਟੀਰੀਅਲਸ ਤੋਂ ਬਣਦੇ ਹਨ, ਜਿਵੇਂ ਕਿ ਗਲਾਸ, ਮੈਟਲ, ਪਲਾਸਟਿਕ, ਵੁੱਡ, ਕਾਟਨ, ਪੇਪਰ, ਮੱਡ ਔਰ ਸੋਇਲ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਤੋਂ ਅਲੱਗ-ਅਲੱਗ ਚੀਜ਼ਾਂ ਬਣਦੀਆਂ ਹਨ। ਇਹਨਾਂ ਨੇ ਜਿਹੜੀ ਪਹਿਲੀ ਐਕਟੀਵਿਟੀ ਕਹੀ ਹੈ, ਇਸ ਦੇ ਵਿੱਚ ਪਹਿਲੀ ਐਕਟੀਵਿਟੀ ਦੇ ਵਿੱਚ ਕਿਹਾ ਗਿਆ ਕਿ ਆਪਾਂ ਕਲਾਸ ਦੇ ਵਿੱਚ ਵੱਖੋ ਵੱਖਰੇ ਆਬਜੈਕਟਸ ਘਰੋਂ ਜਾਂ ਫਿਰ ਰਸਤੇ ਦੇ ਵਿੱਚੋਂ ਆਪਾਂ ਨੇ ਕਈ ਆਬਜੈਕਟਸ ਲੈ ਕੇ ਜਾਣੇ ਹਨ ਅਤੇ ਉਹਨਾਂ ਨੂੰ ਆਪਾਂ ਨੇ ਕਲਾਸਰੂਮ ਦੇ ਵਿੱਚ ਜਾ ਕੇ ਆਪਾਂ ਨੇ ਉਹਨੂੰ ਅਲੱਗ ਕਰ ਲੈਣਾ। ਸਪਰੇਟ ਆਲ ਦਾ ਆਬਜੈਕਟਸ ਫਰੋਮ ਦਿਸ ਕਲੈਕਸ਼ਨ, ਦੇ ਜਿਹੜੇ ਆਪਾਂ ਨੇ ਕਲੈਕਸ਼ਨ ਕੀਤੀਆਂ ਨੇ ਅਲੱਗ-ਅਲੱਗ ਆਬਜੈਕਟ ਦੀਆਂ, ਉਹ ਆਪਾਂ ਨੇ ਉਹਨਾਂ ਨੂੰ ਗਰੁੱਪ ਦੇ ਵਿੱਚ ਹੁਣ ਵੰਡਣਾ ਹੈ। ਗਰੁੱਪ ਸਭ ਤੋਂ ਪਹਿਲਾਂ ਆਪਾਂ ਨੇ ਗਰੁੱਪ ਕਿਸ ਤਰ੍ਹਾਂ ਬਣਾਉਣੇ ਨੇ, ਜਿਵੇਂ ਕਿ ਪਲੇਟ ਹੈ ਜਿਹੜੀ, ਸਾਰੇ ਪਲੇਟਾਂ ਦੇ ਗਰੁੱਪ ਬਣਾ ਲੈਣੇ ਨੇ। ਜਿਵੇਂ ਕਿ ਆਪਾਂ ਪਲੇਟ ਸਟੀਲ ਦੀ ਲੈ ਕੇ ਗਏ ਹਾਂ ਸਕੂਲ ਦੇ ਵਿੱਚ, ਤਾਂ ਆਪਾਂ ਹੋ ਸਕਦਾ ਆਪਣਾ ਦੋਸਤ ਗਲਾਸ ਦੀ ਪਲੇਟ ਲੈ ਕੇ ਗਿਆ ਹੋਵੇ ਜਾਂ ਫਿਰ ਪਲਾਸਟਿਕ ਦੀ ਲੈ ਕੇ ਗਿਆ ਹੋਵੇ। ਤਾਂ ਇਸੇ ਤਰ੍ਹਾਂ ਆਪਾਂ ਨੇ ਸਾਰਿਆਂ ਦੀ ਗਰੁੱਪਿੰਗ ਕਰ ਲੈਣੀ ਹੈ। ਇੱਕ ਥਾਵੇਂ ਆਪਾਂ ਨੇ ਪਲੇਟਸ ਰੱਖ ਦੇਣੇ ਨੇ, ਇੱਕ ਥਾਵੇਂ ਪੈਨਸ ਰੱਖ ਦੇਣੇ ਨੇ, ਇੱਕ ਥਾਵੇਂ ਆਪਾਂ ਨੇ ਜਮੈਟਰੀ ਬਾਕਸਿਸ ਰੱਖ ਦੇਣੇ ਨੇ। ਅਜਿਹੀ ਜਿਹੜੇ ਆਪਾਂ ਆਬਜੈਕਟ ਕੀਤੇ ਉਹਨਾਂ ਦੀ ਗਰੁੱਪਿੰਗ ਕਰ ਲੈਣੀ ਹੈ। ਇਹ ਜਿਹੜੀ ਗਰੁੱਪਿੰਗ ਕੀਤੀ ਹੈ, ਹੁਣ ਇਸ ਦੇ ਵਿੱਚ ਜਿਵੇਂ ਕਿ ਪਲੇਟ ਹੈ ਜਿਹੜੀ, ਉਹ ਕਈ ਮਟੀਰੀਅਲਸ ਦੀ ਬਣੀ ਹੋਈ ਹੁੰਦੀ ਹੈ, ਜਿਵੇਂ ਕਿ ਕਈਆਂ ਦੀ ਸਟੀਲ ਦੀ, ਕਈ ਗਲਾਸ ਦੀਆਂ ਬਣੀਆਂ ਹੁੰਦੀਆਂ ਨੇ, ਜਾਂ ਫਿਰ ਪਲਾਸਟਿਕ ਦੀਆਂ, ਜਾਂ ਫਿਰ ਕਈ ਹੋਰ ਆਬਜੈਕਟ ਵੀ ਹੋ ਸਕਦਾ ਹੈ, ਜਿਵੇਂ ਕਿ ਚੀਨੀ ਦੇ ਭਾਂਡੇ ਵੀ ਬਣਦੇ ਹਨ, ਚੀਨੀ ਦੀ ਪਲੇਟ ਵੀ ਹੋ ਸਕਦੀ ਹੈ। ਇਸ ਤਰ੍ਹਾਂ ਜਿਹੜਾ ਪੈਨ ਹੈ, ਪੈਨ ਵੀ ਪਲਾਸਟਿਕ ਦੇ ਹੋ ਸਕਦੇ ਨੇ, ਮੈਟਲ ਦੇ ਹੋ ਸਕਦੇ ਨੇ। ਜਮੈਟਰੀ ਬਾਕਸਿਸ ਵੀ ਇਸੇ ਤਰ੍ਹਾਂ ਵੁੱਡ ਦੀ ਵੀ ਹੋ ਸਕਦੀ ਆ, ਜਾਂ ਫਿਰ ਪਲਾਸਟਿਕ ਦੀ ਹੋ ਸਕਦੀ ਹੈ, ਗਲਾਸ ਦੀ ਹੋ ਸਕਦੀ ਹੈ। ਆਪਾਂ ਨੇ ਇਸ ਤਰ੍ਹਾਂ ਸਾਰੇ ਦੇ ਸਾਰੇ ਮਟੀਰੀਅਲਸ ਨੂੰ ਸ਼ਾਰਟ ਆਊਟ ਕਰ ਲੈਣਾ ਹੈ, ਮਤਲਬ ਕਿ ਗਰੁੱਪਾਂ ਦੇ ਵਿੱਚ ਬਣਾ ਲੈਣਾ ਹੈ ਆਬਜੈਕਟਸ ਦੇ ਹਿਸਾਬ ਦੇ ਨਾਲ, ਮਤਲਬ ਕਿ ਇੱਕ ਆਬਜੈਕਟ ਦੀ ਕੈਟੇਗਰੀ ਦੇ ਵਿੱਚ ਕਿਹੜੇ ਮਟੀਰੀਅਲ ਦੇ ਇੱਕ ਆਬਜੈਕਟ ਬਣ ਸਕਦਾ ਹੈ। ਸਭ ਤੋਂ ਪਹਿਲਾਂ ਆਪਾਂ ਨੇ ਇਸੇ ਤਰ੍ਹਾਂ ਆਪਾਂ ਨੇ ਗਰੁੱਪਿੰਗ ਕੀਤੀ ਹੈ। ਉਸ ਤੋਂ ਬਾਅਦ ਐਕਟੀਵਿਟੀ ਨੰਬਰ 2 ਦੇ ਵਿੱਚ ਕੀ ਕੀਤਾ ਇਹਨਾਂ ਨੇ, ਐਕਟੀਵਿਟੀ ਨੰਬਰ 2 ਦੇ ਵਿੱਚ ਇਹਨਾਂ ਨੇ ਮਟੀਰੀਅਲ ਦੇ ਹਿਸਾਬ ਦੇ ਨਾਲ ਗਰੁੱਪਿੰਗ ਕੀਤੀ ਹੈ। ਜਿਵੇਂ ਕਿ ਵੁੱਡ ਹੈ ਜਿਹੜਾ, ਵੁੱਡ ਤੋਂ ਆਪਾਂ ਚੇਅਰ, ਟੇਬਲ ਜਾਂ ਪਲੱਫ ਆਪਾਂ ਉਹਨੂੰ ਕਹਿ ਦਿੰਦੇ, ਜਿਹੜਾ ਆਪਾਂ ਹਲ ਪੁਰਾਣੇ ਟਾਈਮ ਦੇ ਵਿੱਚ ਲੱਕੜ ਦਾ ਹੁੰਦਾ ਸੀ। ਉਸ ਤੋਂ ਬਾਅਦ ਬੁੱਲੋ ਕਾਰਟ, ਰੇੜਾ ਕਹਿ ਸਕਦੇ ਹਾਂ, ਐਂਡ ਇਟਸ ਵੀਲਸ, ਜਿਹੜੇ ਉਹਦੇ ਟਾਇਰ ਹੁੰਦੇ ਸੀ ਪੁਰਾਣੇ ਟਾਈਮ ਦੇ ਵਿੱਚ, ਵੁੱਡ ਦੇ ਹੁੰਦੇ ਸਨ। ਇਸੇ ਤਰ੍ਹਾਂ ਜਿਹੜਾ ਪੇਪਰ ਹੈ, ਪੇਪਰ ਤੋਂ ਆਪਾਂ ਜਿਹੜੀਆਂ ਚੀਜ਼ਾਂ ਬਣਦੀਆਂ ਹਨ, ਉਹਨਾਂ ਦੇ ਗਰੁੱਪ ਇੱਕ ਗਰੁੱਪ ਕਰ ਲੈਣਾ, ਜਿਵੇਂ ਕਿ ਬੁੱਕਸ, ਨੋਟਬੁੱਕਸ, ਨਿਊਜ਼ਪੇਪਰ, ਟੋਇਜ਼,
ਜਾਂ ਫਿਰ ਕੈਲੰਡਰਸ। ਇਸੇ ਤਰ੍ਹਾਂ ਲੈਦਰ ਤੋਂ ਬਣੀਆਂ ਹੋਈਆਂ ਚੀਜ਼ਾਂ ਜਿਵੇਂ ਕਿ ਕਈਆਂ ਦੇ ਬੈਗ ਜਾਂ ਫਿਰ ਬੂਟ ਜਾਂ ਬੈਲਟਸ, ਜਿਹੜੀ ਆਪਾਂ ਬੈਲਟਾਂ ਲਾਉਂਦੇ ਹਾਂ। ਅਤੇ ਇਸ ਤੋਂ ਬਿਨਾਂ ਪਲਾਸਟਿਕ ਦੀ ਵੀ ਆਪਾਂ ਨੇ ਇਸੇ ਤਰ੍ਹਾਂ ਗਰੁੱਪਿੰਗ ਕਰ ਲੈਣੀ ਹੈ। ਮਤਲਬ ਕਿ ਜਿਹੜੀ ਪਹਿਲੀ ਐਕਟੀਵਿਟੀ ਸੀਗੀ ਉਸ ਦੇ ਵਿੱਚ ਆਬਜੈਕਟ ਦੇ ਹਿਸਾਬ ਦੇ ਨਾਲ ਗਰੁੱਪਿੰਗ ਕੀਤੀ ਕਿ ਇੱਕ ਆਬਜੈਕਟ ਪਲੇਟ ਹੈ ਜਿਵੇਂ, ਉਹ ਕਿੰਨੇ ਅਲੱਗ-ਅਲੱਗ ਮਟੀਰੀਅਲਸ ਦੀ। ਉਸ ਤੋਂ ਬਾਅਦ ਆਪਾਂ ਨੇ ਇੱਕ ਮਟੀਰੀਅਲ ਦੀ ਅਲੱਗ-ਅਲੱਗ ਆਬਜੈਕਟਸ ਦੇ ਹਿਸਾਬ ਦੇ ਨਾਲ ਗਰੁੱਪਿੰਗ ਕੀਤੀ। ਹੁਣ ਜਿਹੜੀਆਂ ਦੋਹੇ ਐਕਟੀਵਿਟੀਆਂ ਨੇ, ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇੱਕ ਆਬਜੈਕਟ ਕਈ ਮਟੀਰੀਅਲਸ ਦਾ ਵੀ ਬਣਿਆ ਹੋ ਸਕਦਾ ਹੈ ਜਾਂ ਫਿਰ ਇੱਕ ਮਟੀਰੀਅਲ ਤੋਂ ਕਈ ਆਬਜੈਕਟ ਵੀ ਬਣ ਸਕਦੇ ਹਨ। ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ 4.2 ਦੇ ਵਿੱਚ ਕਿਹਾ ਗਿਆ ਕਿ ਜਿਹੜੇ ਆਪਾਂ ਇਹਨਾਂ ਨੂੰ ਇੱਕ ਮਟੀਰੀਅਲ ਤੋਂ ਜਿਹੜੇ ਵੱਖੋ ਵੱਖਰੇ ਆਬਜੈਕਟਸ ਬਣਾਉਣੇ ਆ, ਉਹ ਆਪਾਂ ਉਸੇ ਮਟੀਰੀਅਲ ਦੇ ਕਿਉਂ ਬਣਾਉਣੇ ਆ। ਜਿਵੇਂ ਕਿ ਜਿਹੜੀ ਆਪਣੀ ਜਿਓਮੈਟਰੀ ਬਾਕਸ ਹੈ, ਉਹ ਆਪਾਂ ਪੇਪਰ ਦਾ ਕਿਉਂ ਨਹੀਂ ਬਣਾਉਂਦੇ। ਅਤੇ ਇਸੇ ਤਰ੍ਹਾਂ ਜਿਹੜੇ ਗਲਾਸ ਹੈਗਾ, ਗਲਾਸ ਨੂੰ ਆਪਾਂ ਪੇਪਰ ਜਾਂ ਫਿਰ ਮੋਮ ਅਜਿਹੀ ਚੀਜ਼ਾਂ ਦਾ ਕਿਉਂ ਨਹੀਂ ਬਣਾਉਂਦੇ। ਇਹ ਆਪਾਂ ਤਾਂ ਨਹੀਂ ਬਣਾਉਂਦੇ ਕਿਉਂਕਿ ਆਪਾਂ ਇਹਨਾਂ ਦੀਆਂ ਪ੍ਰੋਪਰਟੀਜ਼ ਤੋਂ ਆਪਾਂ ਜਾਣੂ ਹਾਂ, ਇਹਨਾਂ ਦੀਆਂ ਵਿਸ਼ੇਸ਼ਤਾਵਾਂ ਤੋਂ ਆਪਾਂ ਨੂੰ ਪਤਾ ਕਿ ਜੇਕਰ ਆਪਾਂ ਪੇਪਰ ਦਾ ਗਲਾਸ ਬਣਾਵਾਂਗੇ ਤਾਂ ਉਸ ਦੇ ਵਿੱਚ ਪਾਣੀ ਨੇ ਰੁਕਣਾ ਨਹੀਂ, ਬਲਕਿ ਪੇਪਰ ਪਾੜ ਕੇ ਨੀਚੇ ਆ ਜਾਵੇਗਾ ਜਾਂ ਫਿਰ ਪੇਪਰ ਗਿੱਲਾ ਹੋ ਜਾਵੇਗਾ ਅਤੇ ਸਾਰਾ ਸਿਮ ਕੇ ਪਾਣੀ ਬਾਹਰ ਆ ਜਾਵੇਗਾ। ਮਤਲਬ ਕਿ ਇਸ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਮਟੀਰੀਅਲ ਦੀਆਂ, ਉਹ ਵਿਸ਼ੇਸ਼ਤਾਵਾਂ ਨੂੰ ਜੇਕਰ ਆਪਾਂ ਨੂੰ ਪਤਾ ਹੈ ਤਾਂ ਹੀ ਆਪਾਂ ਉਸ ਨੂੰ ਅਲੱਗ-ਅਲੱਗ ਯੂਜ਼ਿਸ ਦੇ ਲਈ ਅਲੱਗ-ਅਲੱਗ ਮਟੀਰੀਅਲਸ ਤੋਂ ਅਲੱਗ-ਅਲੱਗ ਯੂਜ਼ਿਸ ਦੀਆਂ ਚੀਜ਼ਾਂ ਬਣਦੀਆਂ ਹਨ। ਹੁਣ 4.2 ਦੇ ਵਿੱਚ ਬਸ ਇਹੀ ਕਿਹਾ ਗਿਆ ਕਿ ਜਿਹੜੀਆਂ ਇਹਦੀਆਂ ਪ੍ਰੋਪਰਟੀਜ਼ ਹੁੰਦੀਆਂ ਹਨ ਉਹਨਾਂ ਨੂੰ ਆਪਾਂ ਜਾਣਨਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਇੱਕ ਇਹਨਾਂ ਨੇ ਪਿਕਚਰ ਵੀ ਬਣਾ ਕੇ ਦਿਖਾਈ ਗਈ ਹੈ ਕਿ ਜੇਕਰ ਆਪਾਂ ਇੱਕ ਕਾਗਜ਼ ਦਾ ਆਪਾਂ ਇੱਕ ਥੈਲੀ ਬਣਾ ਲਈਏ, ਉਸ ਦੇ ਵਿੱਚ ਪਾਣੀ ਪਾਵਾਂਗੇ ਤਾਂ ਡੁੱਲ ਜਾਵੇਗਾ। ਇਸ ਕਰਕੇ ਇੱਕ ਆਬਜੈਕਟ ਹੈ ਜਿਹੜਾ ਉਹ ਉਸ ਦੀਆਂ ਵਿਸ਼ੇਸ਼ਤਾਵਾਂ ਦੇ ਹਿਸਾਬ ਦੇ ਨਾਲ ਬਣਾਇਆ ਜਾਂਦਾ ਹੈ ਅਤੇ ਮਟੀਰੀਅਲ ਵਿਸ਼ੇਸ਼ਤਾਵਾਂ ਦੇ ਹਿਸਾਬ ਦੇ ਨਾਲ ਹੀ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਐਕਟੀਵਿਟੀ ਨੰਬਰ 3 ਦੇ ਵਿੱਚ। ਐਕਟੀਵਿਟੀ ਨੰਬਰ 3 ਹੈ ਜਿਹੜੀ, ਇਸ ਦੇ ਵਿੱਚ ਇਹਨਾਂ ਨੇ ਇਸ ਤੋਂ ਪਹਿਲਾਂ ਜਿਹੜਾ ਅਪੀਅਰੈਂਸ ਹੈ, ਅਪੀਅਰੈਂਸ ਟੌਪਿਕ ਦੇ ਵਿੱਚ ਇਹ ਦੱਸਿਆ ਗਿਆ ਕਿ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ ਉਸ ਦੀ ਜਿਹੜੀ ਦਿੱਖ ਹੁੰਦੀ ਹੈ ਉਹ ਹਰੇਕ ਚੀਜ਼ ਮਟੀਰੀਅਲ ਦੀ ਅਲੱਗ-ਅਲੱਗ ਹੁੰਦੀ ਹੈ। ਜਿਵੇਂ ਕਿ ਜਿਹੜਾ ਇੱਕ ਮੈਟਲ ਹੁੰਦਾ ਹੈ, ਮੈਟਲ ਦਾ ਸਰਫੇਸ ਜਿਹੜਾ ਸ਼ਾਈਨੀ ਹੁੰਦਾ, ਮਤਲਬ ਕਿ ਚਮਕਦਾਰ ਹੁੰਦਾ ਅਤੇ ਉਹ ਇੱਕ ਹਾਰਡ ਆਬਜੈਕਟ ਹੁੰਦਾ। ਅਤੇ ਜਿਹੜੇ ਨੋਨ ਮੈਟਲਸ ਹੁੰਦੇ ਹਨ ਜਿਵੇਂ ਕਿ ਪਲਾਸਟਿਕ ਵਗੈਰਾ, ਇਹ ਸ਼ਾਈਨੀ ਨਹੀਂ ਹੁੰਦੇ ਅਤੇ ਇਹਨਾਂ ਦੇ ਜਿਹੜੇ ਆਪਾਂ ਇੰਨੀ ਹਾਰਡਨੈਸ ਜਿਹੜੀ ਉਹ ਮੈਟਲਸ ਦੇ ਮੁਕਾਬਲੇ ਦੇ ਵਿੱਚ ਘੱਟ ਹੁੰਦੀ ਹੈ ਬਹੁਤ। ਅਪੀਅਰੈਂਸ ਤੋਂ ਆਪਾਂ ਕਿਸੇ ਵੀ ਮਟੀਰੀਅਲ ਦੇ ਬਾਰੇ ਪਤਾ ਕਰ ਸਕਦੇ ਹਾਂ ਕਿ ਇਸ ਦੀ ਵਿਸ਼ੇਸ਼ਤਾ ਕਿਹੋ ਜਿਹੀ ਹੋਵੇਗੀ। ਅਤੇ ਉਸ ਤੋਂ ਬਾਅਦ ਆਪਾਂ ਐਕਟੀਵਿਟੀ ਨੰਬਰ 3 ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਹਰੇਕ ਆਬਜੈਕਟ ਨੂੰ ਆਪਾਂ ਸਭ ਤੋਂ ਪਹਿਲਾਂ ਉਸ ਨੂੰ ਕੱਟ ਕੇ ਆਪਾਂ ਦੇਖ ਸਕਦੇ ਹਾਂ ਕਿ ਕੋਈ ਆਬਜੈਕਟ ਸ਼ਾਈਨੀ ਹੈਗਾ ਜਾਂ ਨਹੀਂ। ਕਿਉਂਕਿ ਜਿਵੇਂ ਕਿ ਇੱਕ ਪਾਈਪ ਹੈ, ਪੁਰਾਣਾ ਪਾਈਪ ਹੈ, ਉਹ ਜਰਦੇ ਨਾਲ ਜਦੋਂ ਉਸ ਤੋਂ ਜੰਗ ਲੱਗ ਜਾਂਦੀ ਹੈ, ਰਸਟ ਕਹਿ ਦਿੰਦੇ ਹਾਂ ਆਪਾਂ ਇੰਗਲਿਸ਼ ਦੇ ਵਿੱਚ, ਤਾਂ ਉਸ ਦਾ ਜਿਹੜਾ ਬਾਹਰੀ ਸਰਫੇਸ ਹੁੰਦੀ ਹੈ ਉਹ ਖੁਰਦੜੀ ਹੋ ਜਾਂਦੀ ਹੈ ਅਤੇ ਸ਼ਾਈਨੀ ਸਰਫੇਸ ਨਹੀਂ ਰਹਿੰਦਾ। ਇਸ ਕਰਕੇ ਜਦੋਂ ਆਪਾਂ ਉਹਨੂੰ ਕੱਟ ਕੇ ਦੇਖਦੇ ਹਾਂ ਤਾਂ ਉਹ ਜਿਹੜਾ ਨਵਾਂ ਸਰਫੇਸ ਬਣਿਆ ਹੁੰਦਾ ਕੱਟਣ ਤੋਂ ਬਾਅਦ, ਉਹ ਨਵਾਂ ਸਰਫੇਸ ਹੁੰਦਾ ਅਤੇ ਉਸ ਦੇ ਵਿੱਚ ਆਪਾਂ ਉਹ ਚਮਕ ਨੂੰ ਆਸਾਨੀ ਦੇ ਨਾਲ ਦੇਖ ਸਕਦੇ ਹਾਂ। ਜਾਂ ਫਿਰ ਆਪਾਂ ਜਿਹੜਾ ਰੇਗਮਾਰ ਨਹੀਂ ਹੁੰਦਾ, ਰੇਗਮਾਰ ਦੇ ਨਾਲ ਆਪਾਂ ਉਹ ਜੇਕਰ ਉਸ ਪਾਈਪ ਨੂੰ ਸਾਫ਼ ਕਰਕੇ ਦੇਖਾਂਗੇ ਤਾਂ ਫਿਰ ਵੀ ਉਹ ਸ਼ਾਈਨੀ ਆਬਜੈਕਟ ਆਪਾਂ ਨੂੰ ਦਿਖ ਜਾਵੇਗਾ। ਅਤੇ ਇਸ ਸ਼ਾਈਨਿੰਗ ਨੂੰ ਆਪਾਂ ਲਸਚਰ ਕਹਿ ਦਿੰਦੇ ਹਾਂ, ਪ੍ਰੋਪਰਟੀ ਦਾ ਨਾਮ ਹੈ ਲਸਚਰ। ਮਤਲਬ ਕਿ ਜੇ ਕਿਸੇ ਆਬਜੈਕਟ ਦੇ ਉੱਪਰ ਲਸਚਰ ਹੈਗੀ ਹੈ, ਮਤਲਬ ਕਿ ਸ਼ਾਈਨ ਕਰ ਰਿਹਾ, ਤਾਂ ਉਹ ਮੈਟਲ ਹੁੰਦਾ। ਮੈਟਲ ਦੀ ਇਹ ਪ੍ਰੋਪਰਟੀ ਹੈ ਪਹਿਲੀ ਵਿਸ਼ੇਸ਼ਤਾ ਕਿ ਉਹ ਚਮਕਦਾਰ ਹੁੰਦਾ। ਅਤੇ ਦੂਜੀ ਪ੍ਰੋਪਰਟੀ ਕੀ ਹੈ, ਜਿਵੇਂ ਕਿ ਇਹਨਾਂ ਨੇ ਦਿਖਾਇਆ ਗਿਆ ਪਾਈਪ ਨੂੰ ਕੱਟ ਕੇ ਦੇਖ ਲਿਆ, ਜਾਂ ਫਿਰ ਉਸ ਨੂੰ ਆਪਾਂ ਉਹਦੇ ਨਾਲ ਵੀ ਦੇਖ ਸਕਦੇ ਹਾਂ ਜਿਹੜਾ ਰੇਗਮਾਰ ਦੇ ਨਾਲ। ਅਤੇ ਉਸ ਤੋਂ ਬਾਅਦ ਇਹ ਸਿਰਫ ਇਹੀ ਦੱਸਿਆ ਹੋਇਆ ਇਹਨਾਂ ਨੇ ਇਸ ਟੌਪਿਕ ਦੇ ਵਿੱਚ। ਉਸ ਤੋਂ ਬਾਅਦ ਹਾਰਡਨੈਸ। ਹੁਣ ਕੋਈ ਆਬਜੈਕਟ ਹੈ ਜਿਹੜਾ, ਉਸ ਦੀ ਹਾਰਡਨੈਸ ਵੀ ਇੱਕ ਪ੍ਰੋਪਰਟੀ ਹੁੰਦੀ ਹੈ, ਵਿਸ਼ੇਸ਼ਤਾ ਹੁੰਦੀ ਹੈ। ਜਿਵੇਂ ਕਿ ਮੈਟਲਸ ਹਾਰਡ ਜ਼ਿਆਦਾ ਹੁੰਦੇ ਹਨ, ਪਲਾਸਟਿਕ ਜਿਹੜੀ ਹਾਰਡ ਘੱਟ ਹੁੰਦੀ ਹੈ। ਹੁਣ ਇੱਥੋਂ ਆਪਾਂ ਹਾਰਡਨੈਸ ਦੇ ਵਿੱਚ ਆਪਾਂ ਦੇਖਾਂਗੇ, ਜਿਵੇਂ ਚੌਕ ਹੁੰਦਾ ਹੈ ਆਪਣਾ ਕਲਾਸਰੂਮਸ ਦੇ ਵਿੱਚ, ਉਹ ਈਜ਼ੀਲੀ ਟੁੱਟ ਜਾਂਦਾ ਹੈ ਜਦੋਂ ਆਪਾਂ ਉਸ ਨੂੰ ਜੋ ਪ੍ਰੈਸ਼ਰ ਦੇ ਨਾਲ ਤੋੜਦੇ ਹਾਂ।
ਤੇ ਜਿਹੜਾ ਆਪਣਾ ਸਟੀਲ ਦਾ ਗਲਾਸ ਹੁੰਦਾ ਹੈ ਉਹ ਆਪਣੇ ਇੰਨੇ ਕੁ ਪ੍ਰੈਸ਼ਰ ਦੇ ਨਾਲ ਨਹੀਂ ਟੁੱਟਦਾ, ਜਾਂ ਐਲੂਮੀਨੀਅਮ ਹੁੰਦੀ ਹੈ, ਐਲੂਮੀਨੀਅਮ ਦੀਆਂ ਤਾਰਾਂ ਹੁੰਦੀਆਂ ਹਨ ਉਹ ਆਸਾਨੀ ਦੇ ਨਾਲ ਨਹੀਂ ਟੁੱਟਦੀਆਂ। ਇਸ ਤੋਂ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਜਿਹੜੀਆਂ ਚੀਜ਼ਾਂ ਹਾਰਡ ਹੁੰਦੀਆਂ ਹਨ ਉਹ ਤਾਂ ਮੈਟਲ ਹੁੰਦੇ ਹਨ, ਜਿਹੜੀਆਂ ਸੌਫਟ ਹੁੰਦੀਆਂ ਹਨ ਉਹ ਨੌਨ ਮੈਟਲ ਹੁੰਦੇ ਹਨ। ਇਹ ਦੂਸਰੀ ਪ੍ਰੋਪਰਟੀ ਵੀ ਆਪਾਂ ਨੂੰ ਪਤਾ ਚੱਲ ਗਈ, ਪਹਿਲੀ ਆਪਾਂ ਨੂੰ ਲਸਚਰ ਪਤਾ ਚੱਲ ਗਈ ਅਤੇ ਦੂਜੀ ਆਪਾਂ ਨੂੰ ਹਾਰਡਨੈਸ। ਮੈਟਲ ਦੀ ਲਸਚਰ ਵੀ ਹੁੰਦੀ ਹੈ ਅਤੇ ਹਾਰਡ ਵੀ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੋਲੂਬਲ ਔਰ ਇਨਸੋਲੂਬਲ। ਹੁਣ ਪ੍ਰੋਪਰਟੀਜ਼ ਜਿਹੜੀਆਂ ਹੁੰਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਸੋਲੂਬਲ ਅਤੇ ਇਨਸੋਲੂਬਲ ਵੀ ਆ ਜਾਂਦਾ, ਜਿਵੇਂ ਕਿ ਪਾਣੀ ਦੇ ਵਿੱਚ ਕੋਈ ਚੀਜ਼ ਘੁਲਣਸ਼ੀਲ ਹੈਗੀ ਹੈ ਜਾਂ ਨਹੀਂ। ਜਿਵੇਂ ਕਿ ਆਪਾਂ ਐਕਟੀਵਿਟੀ 4 ਦੇ ਵਿੱਚ ਗੱਲ ਕਰਦੇ ਹਾਂ, ਇੱਕ ਪਾਣੀ ਦੇ ਵਿੱਚ ਜਦੋਂ ਆਪਾਂ ਲੂਣ ਘੋਲਾਂਗੇ ਕੀ ਉਹ ਘੁਲ ਜਾਵੇਗਾ? ਹਾਂਜੀ, ਉਹ ਜਦੋਂ ਆਪਾਂ ਉਸ ਲੂਣ ਨੂੰ ਪਾਣੀ ਦੇ ਵਿੱਚ ਘੋਲਾਂਗੇ 2-3 ਮਿੰਟ ਚਮਚੇ ਦੇ ਨਾਲ ਤਾਂ ਉਹ ਘੁਲ ਜਾਂਦਾ ਹੈ। ਅਤੇ ਇਸੇ ਤਰ੍ਹਾਂ ਜਿਹੜੀ ਸ਼ੂਗਰ ਹੈ ਉਹ ਵੀ ਘੁਲ ਜਾਂਦੀ ਹੈ। ਅਤੇ ਸੈਂਡ ਹੈ ਜਿਹੜੀ ਜਦੋਂ ਆਪਾਂ ਪਾਣੀ ਦੇ ਵਿੱਚ ਘੋਲਦੇ ਹਾਂ ਤਾਂ ਉਹ ਪੂਰੀ ਤਰ੍ਹਾਂ ਨਹੀਂ ਘੁਲਦੀ, ਉਹ ਜਦੋਂ ਆਪਾਂ ਥੋੜ੍ਹੇ ਟਾਈਮ ਬਾਅਦ ਸਟੇਅਰ ਕਰਨ ਤੋਂ ਬਾਅਦ ਘੋਲਣ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਆਪਾਂ ਉਹਨੂੰ ਦੇਖਦੇ ਹਾਂ ਤਾਂ ਮਿੱਟੀ ਉਸ ਦੀ ਸਤਹ ਦੇ ਉੱਪਰ ਨੀਚੇ ਬੈਠ ਜਾਂਦੀ ਹੈ, ਜਿਸ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਉਹ ਘੁਲਦੀ ਨਹੀਂ। ਉਸ ਤੋਂ ਬਾਅਦ ਚੌਕ ਜਿਹੜਾ ਹੁੰਦਾ ਅਤੇ ਸੌ ਡਸਟ, ਜਿਵੇਂ ਕਿ ਜਿਹੜੀ ਡਸਟ ਹੁੰਦੀ ਹੈ ਆਪਾਂ ਰਾਖ ਨੂੰ ਕਹਿ ਸਕਦੇ ਹਾਂ, ਉਹ ਵੀ ਨਹੀਂ ਘੁਲਦੀ। ਜਿਹੜੀਆਂ ਚੀਜ਼ਾਂ ਘੁਲ ਜਾਂਦੀਆਂ ਹਨ ਪਾਣੀ ਦੇ ਵਿੱਚ ਉਹਨਾਂ ਨੂੰ ਆਪਾਂ ਸੋਲੂਬਲ ਕਹਿ ਦਿੰਦੇ ਹਾਂ, ਜਿਵੇਂ ਕਿ ਸਾਲਟ ਅਤੇ ਸ਼ੂਗਰ। ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਨਹੀਂ ਘੁਲਦੀਆਂ ਪਾਣੀ ਦੇ ਵਿੱਚ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਇਨਸੋਲੂਬਲ ਜਾਂ ਫਿਰ ਨੌਨ ਸੋਲੂਬਲ, ਇਨਸੋਲੂਬਲ ਜਾਂ ਨੌਨ ਸੋਲੂਬਲ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਕਟੀਵਿਟੀ ਨੰਬਰ 5। ਹੁਣ ਤੱਕ ਆਪਾਂ ਨੇ ਕਿਹੜੀਆਂ ਪ੍ਰੋਪਰਟੀਜ਼ ਪੜ੍ਹ ਲਈਆਂ? ਇੱਕ ਤਾਂ ਪੜ੍ਹ ਲਈ ਲਸਚਰ ਪ੍ਰੋਪਰਟੀ ਹੁੰਦੀ ਹੈ, ਮਤਲਬ ਕਿ ਚਮਕਦਾਰ। ਦੂਸਰੀ ਆਪਾਂ ਪ੍ਰੋਪਰਟੀ ਪੜ੍ਹੀ ਹੈ ਹਾਰਡਨੈਸ, ਅਤੇ ਤੀਸਰੀ ਪ੍ਰੋਪਰਟੀ ਸੋਲੂਬਲ ਹੈਗੀ ਹੈ ਜਾਂ ਨਹੀਂ। ਐਕਟੀਵਿਟੀ ਜਿਹੜੀ 5 ਹੈਗੀ ਉਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਆਪਾਂ ਜਿਹੜੀ ਆਪਾਂ ਪਾਣੀ ਦੇ ਵਿੱਚ ਆਪਾਂ ਸੋਲੂਬਲ ਅਤੇ ਇਨਸੋਲੂਬਲ ਦੇ ਬਾਰੇ ਦੇ ਵਿੱਚ ਪੜ੍ਹਿਆ, ਉਸੇ ਤਰ੍ਹਾਂ ਇਹ ਐਕਟੀਵਿਟੀ ਕਰਕੇ ਦਿਖਾਈ ਗਈ ਹੈ ਕਿ ਆਪਾਂ ਇੱਕ ਪਾਣੀ ਦੇ ਵਿੱਚ ਪਹਿਲਾਂ ਵਿਨੇਗਰ ਜਾਣੀ ਕਿ ਸਿਰਕਾ ਨੂੰ ਘੋਲ ਕੇ ਦੇਖਣਾ, ਉਹ ਆਸਾਨੀ ਦੇ ਨਾਲ ਘੁਲ ਜਾਵੇਗਾ। ਅਤੇ ਉਸ ਤੋਂ ਬਾਅਦ ਆਪਾਂ ਲੈਮਨ ਜੂਸ ਵੀ ਘੋਲ ਕੇ ਦੇਖਣਾ। ਇਸ ਜਿਹੜੀ ਆਪਾਂ ਨੇ ਪਹਿਲਾਂ ਕਰੀ ਸੀ ਇਸ ਦੇ ਵਿੱਚ ਆਪਾਂ ਨੇ ਸੋਲਿਡ ਪਾਰਟੀਕਲਸ ਨੂੰ ਘੋਲਣ ਦੀ ਕੋਸ਼ਿਸ਼ ਕੀਤੀ ਸੀ, ਜਿਵੇਂ ਕਿ ਜਿਹੜਾ ਲੂਣ ਹੈ ਉਹ ਇੱਕ ਸੋਲਿਡ ਹੈ, ਮਤਲਬ ਕਿ ਤਰਲ ਪਦਾਰਥ ਨਹੀਂ ਹੈਗਾ, ਸੋਲਿਡ ਪਦਾਰਥ ਹੁੰਦਾ ਹੈ। ਅਤੇ ਸ਼ੂਗਰ ਵੀ ਸੋਲਿਡ ਪਦਾਰਥ ਹੈ। ਸਾਰੀਆਂ ਆਪਾਂ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਪੜ੍ਹੀਆਂ ਸੀ ਉਹ ਸੋਲਿਡ ਸਬਸਟੈਂਸਿਸ ਦੇ ਬਾਰੇ ਪੜ੍ਹਿਆ ਸੀ। ਹੁਣ ਆਪਾਂ ਲਿਕੁਇਡ ਸਬਸਟੈਂਸਿਸ ਦੇ ਬਾਰੇ, ਮਤਲਬ ਕਿ ਤਰਲ ਪਦਾਰਥਾਂ ਦੇ ਬਾਰੇ ਵੀ ਉਹ ਪਾਣੀ ਦੇ ਵਿੱਚ ਘੁਲਦੇ ਹਨ ਜਾਂ ਨਹੀਂ, ਜਿਵੇਂ ਕਿ ਵਿਨੇਗਰ, ਲੈਮਨ ਜੂਸ ਜਿਹੜਾ ਆਪਣਾ ਨਿੰਬੂ ਪਾਣੀ ਹੁੰਦਾ ਨਿੰਬੂ ਦਾ, ਅਤੇ ਉਸ ਤੋਂ ਬਾਅਦ ਸਰੋਂ ਦਾ ਤੇਲ, ਮਸਟਰਡ ਆਇਲ, ਕੋਕੋਨਟ ਆਇਲ, ਕੈਰੋਸੀਨ ਆਇਲ। ਇਹਨਾਂ ਦੇ ਵਿੱਚ ਪਹਿਲੀਆਂ 2 ਚੀਜ਼ਾਂ ਵਿਨੇਗਰ ਅਤੇ ਲੈਮਨ ਜੂਸ ਆਸਾਨੀ ਦੇ ਨਾਲ ਘੁਲ ਜਾਵੇਗਾ ਪਾਣੀ ਦੇ ਵਿੱਚ, ਪਰ ਜਿਹੜਾ ਮਸਟਰਡ ਆਇਲ, ਕੋਕੋਨਟ ਆਇਲ, ਕੈਰੋਸੀਨ ਇਹ ਜਦੋਂ ਆਪਾਂ ਘੋਲਣ ਤੋਂ ਬਾਅਦ 1-2 ਮਿੰਟ ਉਸ ਨੂੰ ਸੈੱਟ ਹੋਣ ਦਿੰਦੇ ਹਾਂ, ਮਤਲਬ ਕਿ ਘੋਲਣ ਤੋਂ ਬਾਅਦ 2 ਮਿੰਟਾਂ ਦੇ ਬਾਅਦ ਦੇ ਵਿੱਚ ਸਰੋਂ ਦਾ ਤੇਲ ਹੈ ਜਿਹੜਾ ਉਹ ਅਲੱਗ ਜੋ ਹੋ ਜਾਵੇ, ਅਲੱਗ ਦਿਖੇਗਾ ਆਪਾਂ ਨੂੰ ਗਲਾਸ ਦੇ ਵਿੱਚ, ਅਤੇ ਪਾਣੀ ਹੈ ਜਿਹੜਾ ਉਹ ਆਪਾਂ ਨੂੰ ਅਲੱਗ ਦਿਖੇਗਾ। ਇਸੇ ਤਰ੍ਹਾਂ ਕੋਕੋਨਟ ਆਇਲ ਅਤੇ ਕੈਰੋਸੀਨ ਇਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਘੁਲਦੇ। ਇਸੇ ਤਰ੍ਹਾਂ ਇਹਨਾਂ ਨੇ ਲਾਸਟ ਦੇ ਵਿੱਚ ਲਿਖਿਆ ਕਿ ਜਿਹੜੀ ਆਕਸੀਜਨ ਹੁੰਦੀ ਹੈ ਉਹ ਪਾਣੀ ਦੇ ਵਿੱਚ ਘੁਲਣਸ਼ੀਲ ਹੁੰਦੀ ਹੈ, ਮਤਲਬ ਕਿ ਗੈਸਿਸ ਵੀ ਪਾਣੀ ਦੇ ਵਿੱਚ ਘੁਲ ਸਕਦੀਆਂ ਹਨ। ਪਹਿਲਾਂ ਆਪਾਂ ਨੇ ਸੋਲਿਡ ਬਾਰੇ ਪੜ੍ਹਿਆ ਸੀ, ਹੁਣ ਆਪਾਂ ਲਿਕੁਇਡ ਬਾਰੇ, ਅਤੇ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਗੈਸਿਸ ਵੀ ਪਾਣੀ ਦੇ ਵਿੱਚ ਘੁਲ ਸਕਦੀਆਂ ਹਨ, ਮਤਲਬ ਕਿ ਗੈਸਿਸ ਵੀ ਕਈ ਸੋਲੂਬਲ ਹੁੰਦੀਆਂ ਹਨ। ਉਸ ਤੋਂ ਬਾਅਦ ਅਗਲੀ ਪ੍ਰੋਪਰਟੀ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਈ ਚੀਜ਼ਾਂ ਪਾਣੀ ਦੇ ਵਿੱਚ ਜਦੋਂ ਆਪਾਂ ਸਿੱਟਦੇ ਹਾਂ ਤਾਂ ਉਸ ਦੀ ਸਤਹ ਦੇ ਉੱਪਰ, ਮਤਲਬ ਕਿ ਉਹ ਵਿੱਚ ਕੰਪਲੀਟਲੀ ਨਹੀਂ ਡੁੱਬਦੀਆਂ, ਅਤੇ ਕਈ ਚੀਜ਼ਾਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਜਾਂਦੀਆਂ ਹਨ। ਇਹ ਪ੍ਰੋਪਰਟੀ ਆਪਾਂ ਇਸ ਦੇ ਵਿੱਚ ਪ੍ਰੋਪਰਟੀ ਦੇ ਵਿੱਚ ਜਿਹੜੀ ਐਕਟੀਵਿਟੀ ਹੈ ਇਸ ਦੇ ਵਿੱਚ ਇਹਨਾਂ ਨੇ ਦਿਖਾਇਆ ਗਿਆ ਕਿ ਜੇ ਪਾਣੀ ਦੇ ਵਿੱਚ ਕਈ ਆਬਜੈਕਟ ਸਿੱਟੇ ਨੇ ਜਿਸ ਦੇ ਵਿੱਚੋਂ ਕਈ ਚੀਜ਼ਾਂ ਥੱਲੇ ਰਹੀਆਂ, ਕਈ ਉੱਪਰ, ਜਿਵੇਂ ਕਿ ਲੱਕੜ, ਪੱਤੇ, ਅਜਿਹੀਆਂ ਚੀਜ਼ਾਂ ਉੱਪਰ ਰਹਿ ਜਾਂਦੀਆਂ ਹਨ ਪਾਣੀ ਦੇ। ਅਤੇ ਜਿਵੇਂ ਕਿ ਮੈਟਲ ਜਿਹੜਾ ਕੋਈ ਵੀ, ਜਿਵੇਂ ਕਿ ਇਹਨਾਂ ਨੇ ਸਿੱਟਿਆ ਹੋਇਆ, ਇੱਕ ਤਾਂ ਕੀ ਸਿੱਟੀ ਹੈ, ਚਾਬੀ, ਅਤੇ ਕਈ ਕੋਇਨਸ ਸਿੱਟੇ ਨੇ ਉਹ ਨੀਚੇ ਬੈਠ ਗਏ ਨੇ। ਅਤੇ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਕਈ ਸਬਸਟੈਂਸਿਸ ਦੀ ਪ੍ਰੋਪਰਟੀ ਹੁੰਦੀ ਹੈ ਕਿ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡਿਪ ਕਰ ਜਾਂਦੀਆਂ ਹਨ, ਅਤੇ ਕਈ ਉਸ ਦੀ ਸਤਹ ਦੇ ਉੱਪਰ ਰਹਿੰਦੀਆਂ ਹਨ। ਅਤੇ ਇਸ ਤੋਂ ਬਿਨਾਂ ਇੱਕ ਹੋਰ ਪ੍ਰੋਪਰਟੀ ਹੈ ਟਰਾਂਸਪੇਰੈਂਸੀ।
ਟਰਾਂਸਪੇਰੈਂਸੀ ਤੋਂ ਭਾਵ ਕਿਸੇ ਆਬਜੈਕਟ ਦੇ ਵਿੱਚ ਦੀ ਜੇਕਰ ਆਰ ਪਾਰ ਆਪਾਂ ਦੇਖ ਸਕਦੇ ਹਾਂ ਪੂਰੀ ਕਲੀਅਰਲੀ ਤਾਂ ਉਸ ਨੂੰ ਆਪਾਂ ਟਰਾਂਸਪੇਰੈਂਟ ਮਟੀਰੀਅਲ ਕਹਿੰਦੇ ਆ। ਪਰ ਜੇਕਰ ਪੂਰਾ ਕਲੀਅਰਲੀ ਆਪਾਂ ਇੱਕ ਪਾਸੇ ਤੋਂ ਦੂਸਰੇ ਪਾਸੇ ਨਾ ਦੇਖ ਸਕੀਏ, ਧੁੰਦਲਾ ਦਿਖੇ, ਤਾਂ ਉਸ ਨੂੰ ਆਪਾਂ ਟਰਾਂਸਲਿਊਸੈਂਟ ਕਹਿ ਦਿੰਦੇ ਆ। ਅਤੇ ਜੇਕਰ ਇੱਕ ਪਾਸੇ ਤੋਂ ਦੂਸਰੇ ਪਾਸੇ ਬਿਲਕੁਲ ਵੀ ਨਾ ਦਿਸੇ, ਮਤਲਬ ਲਾਈਟ ਬਿਲਕੁਲ ਕ੍ਰੋਸ ਨਾ ਕਰੇ, ਜਿਵੇਂ ਕਿ ਆਪਣੀ ਕੰਧ ਹੁੰਦੀ ਹੈ, ਕੰਧ ਦੇ ਵਿੱਚ ਜਦੋਂ ਆਪਾਂ ਲਾਈਟ ਟਾਰਚ ਲਗਾਉਣੇ ਤਾਂ ਆਰ ਪਾਰ ਨਹੀਂ ਹੁੰਦੀ, ਤਾਂ ਇਹ ਓਪੇਗ ਆਬਜੈਕਟ ਹੁੰਦਾ। ਤਿੰਨ ਤਰ੍ਹਾਂ, ਜਿਵੇਂ ਕਿ ਇਹਨਾਂ ਨੇ ਇੱਕ ਸ਼ੌਪਕੀਪਰ ਦੇ ਲਵੇ ਜਿਹੜੇ ਕੰਟੇਨਰ ਹੁੰਦੇ ਹਨ ਉਹ ਪੂਰੀ ਤਰ੍ਹਾਂ ਟਰਾਂਸਪੇਰੈਂਟ ਹੁੰਦੇ ਹਨ, ਤਾਂ ਕਿ ਉਹਨਾਂ ਨੂੰ ਕੋਈ ਚੀਜ਼ ਜਿਹੜੀ ਕੋਈ ਵੀ ਚੀਜ਼ ਹੁੰਦੀ ਹੈ ਉਹਨਾਂ ਨੂੰ ਲੱਭਣ ਦੇ ਵਿੱਚ ਆਸਾਨੀ ਰਹੇ। ਅਤੇ ਇਸ ਤੋਂ ਬਾਅਦ ਐਕਟੀਵਿਟੀ ਨੰਬਰ 6 ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਜੇਕਰ ਆਪਾਂ ਜਿਵੇਂ ਕਿ ਆਪਣਾ ਹੱਥ ਹੈ, ਹੱਥ ਨੂੰ ਜੇਕਰ ਆਪਾਂ ਟਾਰਚ ਲਾਈਟ ਦੇ ਬਿਲਕੁਲ ਸਾਹਮਣੇ ਕਰ ਦਈਏ ਤਾਂ ਆਪਣੇ ਹੱਥ ਦੇ ਵਿੱਚ ਦੀ ਆਪਾਂ ਨੂੰ ਜਿਹੜੀ ਲਾਈਟ ਹੈ ਜਿਹੜੀ ਥੋੜ੍ਹੀ ਜਿਹੀ ਪਾਸ ਹੋ ਜਾਂਦੀ ਹੈ, ਜਿਸ ਤੋਂ ਆਪਾਂ ਨੂੰ ਜਿਹੜਾ ਹੱਥ ਦਾ ਦੂਸਰਾ ਹਿੱਸਾ ਹੈ ਉਹ ਆਪਾਂ ਨੂੰ ਲਾਲ ਲਾਈਟ ਜਿਹੀ ਆਉਂਦੀ ਪ੍ਰਤੀਤ ਹੁੰਦੀ ਹੈ। ਇਸ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਲਾਈਟ ਜਿਹੜੀ ਆਪਣੇ ਹੱਥ ਵਿੱਚ ਦੀ ਕ੍ਰੋਸ ਕਰ ਸਕਦੀ ਹੈ ਪਰ ਪੂਰੀ ਤਰ੍ਹਾਂ ਨਹੀਂ ਕਰ ਸਕਦੀ, ਇਸ ਕਰਕੇ ਆਪਣਾ ਹੱਥ ਕੀ ਹੈ, ਟਰਾਂਸਲਿਊਸੈਂਟ ਆਬਜੈਕਟ ਹੈ। ਅਤੇ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਆਪਾਂ ਜਿਹੜੀ ਆਪਾਂ ਨੇ ਗਰੁੱਪਿੰਗ ਕੀਤੀ ਹੈ ਵੱਖੋ ਵੱਖਰੇ ਆਬਜੈਕਟਸ ਦੀ, ਉਹ ਆਪਾਂ ਨੂੰ ਉਹਦਾ ਕੀ ਫ਼ਾਇਦਾ ਹੁੰਦਾ ਹੈ। ਉਹ ਆਪਾਂ ਨੂੰ ਫ਼ਾਇਦਾ ਇਸ ਦਾ ਇਹ ਹੈ ਕਿ ਕੋਈ ਵੀ ਆਬਜੈਕਟ ਹੈ ਜਿਹੜਾ ਉਸ ਨੂੰ ਉਸ ਦੇ ਯੂਜ਼ਿਸ ਦੇ ਹਿਸਾਬ ਦੇ ਨਾਲ ਆਪਾਂ ਉਸ ਦੇ ਵਿੱਚ ਉਹੋ ਜਿਹਾ ਹੀ ਮਟੀਰੀਅਲ ਲਗਾਉਣੇ ਆ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ, ਗਲਾਸ ਹੈ ਜਿਹੜਾ ਉਹ ਆਪਾਂ ਇਹੋ ਜਿਹੇ ਮਟੀਰੀਅਲ ਦਾ ਬਣਾਵਾਂਗੇ ਜਿਹੜਾ ਪਾਣੀ ਨੂੰ ਕੰਟੇਨ ਕਰਕੇ ਰੱਖ ਸਕੇ। ਅਤੇ ਇਸੇ ਤਰ੍ਹਾਂ ਜਿਹੜਾ ਕੋਈ ਜਿਵੇਂ ਚਾਕੂ ਹੈ ਉਹ ਆਪਾਂ ਅਜਿਹੀ ਹਾਰਡ ਸਬਸਟਾਂਸ ਦਾ ਬਣਾਉਣੇ ਆ ਜਿਹੜਾ ਕੱਟਣ ਦੇ ਲਈ ਆਪਾਂ ਆਸਾਨੀ ਦੇ ਨਾਲ ਕੱਟ ਸਕੀਏ, ਮਤਲਬ ਕਿ ਜਿਹੜਾ ਹਾਰਡ ਹੋਵੇ। ਅਤੇ ਇਸ ਕਰਕੇ ਆਪਾਂ ਮੈਟਲਸ ਨੂੰ ਯੂਜ਼ ਕਰਦੇ ਹਾਂ ਚਾਕੂ ਬਣਾਉਣ ਦੇ ਲਈ। ਇਸ ਕਰਕੇ ਜਿਹੜੀ ਗਰੁੱਪਿੰਗ ਹੈ ਉਹ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਆਪਾਂ ਕੀ ਪੜ੍ਹਿਆ, ਆਪਾਂ ਨੇ ਮਟੀਰੀਅਲਸ ਪੜ੍ਹ ਲਏ, ਕਿਸ ਨੂੰ ਆਪਾਂ ਮਟੀਰੀਅਲਸ ਕਹਿੰਦੇ ਆ ਅਤੇ ਕਿੰਨੀ ਤਰ੍ਹਾਂ ਦੇ ਮਟੀਰੀਅਲਸ ਹੁੰਦੇ ਨੇ। ਅਤੇ ਮਟੀਰੀਅਲ ਨੇ ਜਿਹੜੇ ਇਹਨਾਂ ਦੀ ਆਪਾਂ ਗਰੁੱਪਿੰਗ ਕਿਸੇ ਹਿਸਾਬ ਦੇ ਨਾਲ ਕਰ ਸਕਦੇ ਹਾਂ। ਅਤੇ ਜਿਹੜੇ ਮਟੀਰੀਅਲਸ ਨੇਗੇ ਇਹਨਾਂ ਦੀਆਂ ਕੀ ਪ੍ਰੋਪਰਟੀਜ਼ ਹੁੰਦੀਆਂ ਹਨ, ਆਪਾਂ ਇਸ ਦੇ ਬਾਰੇ ਸਾਰਾ ਵਿਸਥਾਰ ਦੇ ਨਾਲ ਪੜ੍ਹ ਚੁੱਕੇ ਹਾਂ। ਹੁਣ ਇਹਨੇ ਕੀਵਰਡਸ ਦੇ ਵਿੱਚ ਕਿਹਾ ਹੈ ਹਾਰਡਨੈਸ ਆਪਾਂ ਨੇ ਪ੍ਰੋਪਰਟੀ ਪੜ੍ਹ ਲਈ ਹੈ। ਓਪੇਕ ਕਿਸੇ ਸਬਸਟਾਂਸ ਵਿੱਚ ਦੀ ਜੇਕਰ ਲਾਈਟ ਬਿਲਕੁਲ ਪਾਸ ਨਹੀਂ ਹੁੰਦਾ, ਓਪੇਕ। ਇਨਸੋਲੂਬਲ ਜਿਸ ਦੇ ਵਿੱਚ ਜਿਹੜੀ ਪਾਣੀ ਦੇ ਵਿੱਚ ਘੁਲ ਨਾ ਸਕੇ। ਰਫ ਸਰਫੇਸ ਜਿਵੇਂ ਕਿ ਜਿਹੜਾ ਪਾਈਪ ਸੀਗਾ ਉੱਪਰ ਆਪਾਂ ਨੇ ਦੱਸਿਆ ਕਿ ਪਾਈਪ ਦੇ ਆਲੇ ਦੁਆਲੇ ਜਿਹੜੀ ਜੰਗ ਲੱਗੀ ਹੁੰਦੀ ਹੈ ਉਸ ਕਰਕੇ ਉਹਦਾ ਜਿਹੜਾ ਸਰਫੇਸ ਹੁੰਦਾ ਹੈ ਰਫ ਹੋਇਆ ਹੁੰਦਾ, ਇਸ ਕਰਕੇ ਆਪਾਂ ਉਹਨੂੰ ਆਪਾਂ ਰੇਗਮਾਰ ਦੇ ਨਾਲ ਸਾਫ਼ ਕਰਕੇ ਦੇਖ ਸਕਦੇ ਹਾਂ। ਅਤੇ ਲਸਚਰ ਆਪਾਂ ਨੇ ਪੜ੍ਹ ਲਿਆ ਜਿਹੜਾ ਕਿ ਚਮਕਦਾਰ ਸਰਫੇਸ ਕਹਿ ਸਕਦੇ ਹਾਂ। ਸੋਲੂਬਲ ਹੈ ਜਿਹੜਾ ਘੁਲਣਸ਼ੀਲ। ਅਤੇ ਮਟੀਰੀਅਲ ਆਪਾਂ ਨੇ ਪੜ੍ਹ ਲਿਆ ਕਿ ਵੱਖੋ ਵੱਖਰੇ ਮਟੀਰੀਅਲਸ ਨੇ ਜਿਹੜੇ ਉਹਨਾਂ ਤੋਂ ਵੱਖੋ ਵੱਖਰੇ ਆਬਜੈਕਟ ਬਣਦੇ ਹਨ। ਟਰਾਂਸਲਿਊਸੈਂਟ ਜਿਸ ਦੇ ਵਿੱਚ ਲਾਈਟ ਪੂਰੀ ਤਰ੍ਹਾਂ ਪਾਸ ਨਾ ਹੋ ਸਕੇ। ਮੈਟਲਸ ਜਿਹੜੇ ਕਿ ਹਾਰਡ ਐਂਡ ਲਸਚਰ ਦੋਏ ਚੀਜ਼ ਪ੍ਰੋਪਰਟੀਜ਼ ਹੋਣ। ਅਤੇ ਟਰਾਂਸਪੇਰੈਂਟ ਉਹ ਹੁੰਦਾ ਜਿਸ ਦੇ ਵਿੱਚ ਬਿਲਕੁਲ ਪੂਰੀ ਦੀ ਪੂਰੀ ਲਾਈਟ ਹੈ ਜਿਹੜੀ ਉਹ ਪਾਸ ਕਰ ਜਾਵੇ। ਅਤੇ ਮੈਨੂੰ ਉਮੀਦ ਹੈ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਵੇਗੀ। ਅਤੇ ਜੇਕਰ ਤੁਹਾਨੂੰ ਕੋਈ ਵੀ ਇਸ ਚੈਪਟਰ ਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਤੇ ਮੇਰੇ ਤੋਂ ਪੁੱਛ ਸਕਦੇ ਹੋ। ਸੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਅੱਜ ਕੱਲ੍ਹ ਜਿਹੜੇ ਬੱਚੇ ਘਰੇ ਬੈਠੇ ਹਨ ਉਹ 6ਵੀਂ ਕਲਾਸ ਦਾ ਜਿਹੜਾ 6ਵੀਂ ਕਲਾਸ ਨੂੰ ਪੜ੍ਹਨ ਦੇ ਲਈ ਔਖੇ ਨਾ ਹੋਣ, ਉਹਨਾਂ ਨੂੰ ਔਨਲਾਈਨ ਹੀ ਸਭ ਕੁਛ ਮਿਲ ਜਾਵੇ। ਸੋ ਸਤਿ ਸ਼੍ਰੀ ਅਕਾਲ ਦੋਸਤੋ।